ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉਂ ਬੋਲਣ ਤਿਵੇਂ ਸੁਹਾਨ। ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤੀ ਲੱਗੀ ਹੋਈ ਹੈ, ਉਹ ਜਿਵੇਂ ਸੁਤੇ ਸਿੱਧ ਬੋਲਣ ਜਾਂ ਬੋਲਦੇ ਹਨ, ਤਿਵੇਂ ਹੀ ਸ਼ੋਭਨੀਕ ਹੁੰਦੇ ਹਨ, ਭਾਵ ਸਜਦੇ ਹਨ। ਜੈਸਾ ਕਿ ਗੁਰੂ ਜੀ ਨੇ ਇੱਕ ਸ਼ਬਦ ਵਿੱਚ ਅੰਕਿਤ ਕੀਤਾ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਭਾਣੇ। ਜਿਸ ਪ੍ਰਕਾਰ ਸ਼੍ਰੀ ਅਨੰਦਪੁਰ ਸਾਹਿਬ ਕਲਗੀਧਰ ਜੀ ਦੇ ਪਾਸ ਇੱਕ ਮਾਈ ਨੇ ਆਪਣੇ 4 ਪੁੱਤਰ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤੇ ਸਨ। 5ਵਾਂ ਪੁੱਤਰ ਲੈ ਕੇ ਕਲਗੀਧਰ ਪਾਤਸ਼ਾਹ ਦੇ ਪਾਸ ਆ ਕੇ ਕਹਿਣ ਲੱਗੀ ਕਿ ਇਹ ਵੀ ਮੇਰਾ ਪੁੱਤਰ ਸ਼ਹੀਦ ਹੋ ਜਾਏ। ਆਪ ਜੀ ਦੇ ਚਰਨਾਂ ਵਿੱਚ ਇਸ ਨੂੰ ਅਰਪਣ ਕਰਨ ਆਈ ਹਾਂ। ਜੇ ਇਹ ਸ਼ਹੀਦੀ ਪਾਵੇ ਤਾਂ ਮੈਂ ਆਪਣੀ ਕੁੱਖ ਸਫਲ ਸਮਝਾਂਗੀ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਮਾਤਾ ਗੁਰੂ ਘਰ ਨਾਲ ਬੜਾ ਪਿਆਰ ਹੈ। ਤਾਂ ਮਾਤਾ ਦੇ ਮੂੰਹੋਂ ਨਿਕਲਿਆ, ਤੁਸੀਂ ਦੀਨ, ਮੈਂ ਦੀਨ ਦਿਆਲ, ਮੈਂ ਪਤਿਤ ਪਾਵਨ ਤੇ ਤੁਸੀਂ ਪਤਿਤ, ਇਹ ਲਫ਼ਜ਼ ਕਹੇ। ਗੁਰੂ ਸਾਹਿਬ ਜੀ ਹੱਸ ਪਏ। ਭਾਈ ਦਇਆ ਸਿੰਘ ਜੀ ਕੋਲ ਖੜੇ ਮਾਈ ਨੂੰ ਕਹਿਣ ਲੱਗੇ, ਇਉਂ ਨਾ ਕਹੋ ਬੀਬੀ, ਤੁਸੀਂ ਕਹੋ ਮਹਾਰਾਜ ਮੈਂ ਪਤਿਤ ਹਾਂ, ਤੁਸੀਂ ਪਤਿਤ ਪਾਵਨ ਹੋ, ਮੈਂ ਦੀਨ ਤੇ ਤੁਸੀਂ ਦੀਨ ਦਿਆਲ ਹੋ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਦਇਆ ਸਿੰਘ, ਅੰਦਰੋਂ ਮਾਈ ਇਸ ਤਰ੍ਹਾਂ ਹੀ ਕਹਿ ਰਹੀ ਹੈ, ਇਸ ਨੂੰ ਅਰਥ ਦਾ ਪਤਾ ਨਹੀਂ, ਇਸ ਕਰਕੇ ਇਹ ਜੋ ਕਹਿ ਰਹੀ ਹੈ ਅਸੀਂ ਠੀਕ ਹੀ ਸਮਝ ਲਿਆ ਹੈ। ਇਹ ਦੀਨ ਦਿਆਲ ਹੀ ਸਾਨੂੰ ਦੱਸ ਰਹੀ ਹੈ, ਪਤਿਤ ਪਾਵਨ ਹੀ ਸਾਨੂੰ ਦੱਸ ਰਹੀ ਹੈ। ਭਾਈ ਦਇਆ ਸਿੰਘ ਜੀ ਨੇ ਸੁਣ ਕੇ ਸਮਝ ਕੀਤੀ ਕਿ ਮਾਤਾ ਦੇ ਪ੍ਰੇਮ ਨੂੰ ਗੁਰੂ ਸਾਹਿਬ ਜੀ ਨੇ ਪਰਖਿਆ ਹੈ। ਇਸੇ ਪ੍ਰਕਾਰ ਇੱਕ ਭਗਤ ਸੀ, ਉਹ ਬੜੇ ਪ੍ਰੇਮ ਨਾਲ ਭਗਤੀ ਕਰਦਾ ਸੀ। ਉਸ ਦਾ ਨਾਮ ਟਿੱਡਾ ਭਗਤ ਸੀ ਤੇ ਇੱਕ ਹੋਰ ਨੇਜਾ ਭਗਤ ਸੀ। ਨੇਜੇ ਭਗਤ ਨੂੰ ਉਸ ਟਿੱਡੇ ਭਗਤ ਨੇ ਉਪਦੇਸ਼ ਦਿੱਤਾ, ਆਖੇ ਓਮ ਦਾ ਜਾਪ ਕਰਿਆ ਕਰ। ਉਸ ਨੂੰ ਓਮ ਦਾ ਜਾਪ ਤਾਂ ਭੁੱਲ ਗਿਆ, ਉਸ ਦੀ ਥਾਂ ਆੜਬੰਦ ਨਾਮ ਚੇਤੇ ਕਰ ਲਿਆ। ਆੜਬੰਦ ਜਦੋਂ ਜਪਣ ਲੱਗਾ, ਭਗਵਾਨ ਵਿਸ਼ਨੂੰ ਜੀ ਬੈਠੇ ਹੱਸ ਪਏ। ਲਕਸ਼ਮੀ ਜੀ ਕਹਿਣ ਲੱਗੇ, ਕਿਉਂ ਹੱਸੇ ਹੋ? ਭਗਵਾਨ ਜੀ ਕਹਿਣ ਲੱਗੇ, ਮੇਰੇ ਭਗਤ ਨੇ ਮੇਰਾ ਨਵਾਂ ਨਾਮ ਹੀ ਪ੍ਰਗਟ ਕਰ ਦਿੱਤਾ ਹੈ। ਲਕਸ਼ਮੀ ਜੀ ਕਹਿਣ ਲੱਗੀ, ਮੈਨੂੰ ਦਰਸ਼ਨ ਕਰਵਾਓ। ਵਿਸ਼ਨੂੰ ਜੀ ਕਹਿੰਦੇ, ਚੰਗਾ ਤੈਨੂੰ ਲੈ ਕੇ ਚੱਲਦੇ ਹਾਂ। ਆ ਕੇ ਨੀਵੇਂ ਢੱਠੇ ਜਿਹੇ ਖੂਹ ਤੇ ਬੈਠ ਗਏ। ਨੇਜਾ ਭਗਤ ਅੱਕਿਆ ਹੋਇਆ ਆੜਬੰਦ ਕਰੀ ਜਾਂਦਾ ਸੀ। ਲਕਸ਼ਮੀ ਜੀ ਕਹਿਣ ਲੱਗੀ, ਕਿਸ ਦਾ ਜਾਪ ਕਰਦਾ ਹੈ? ਨੇਜਾ ਭਗਤ ਕਹਿਣ ਲੱਗਾ, ਤੁਹਾਡੇ ਖਸਮ ਦਾ। ਲਕਸ਼ਮੀ ਜੀ ਕਹਿੰਦੇ, ਬੋਲਦਾ ਤਾਂ ਸੱਚ ਹੈ। ਫਿਰ ਲਕਸ਼ਮੀ ਜੀ ਕਹਿਣ ਲੱਗੇ, ਉਹ ਰਹਿੰਦਾ ਕਿੱਥੇ ਹੈ? ਨੇਜਾ ਭਗਤ ਕਹਿਣ ਲੱਗਾ, ਢੱਠੇ ਖੂਹ ਵਿੱਚ। ਭਗਵਾਨ ਪਹਿਲਾਂ ਹੀ ਖੂਹ ਤੇ ਬੈਠੇ ਸਨ। ਲਕਸ਼ਮੀ ਕਹਿੰਦੀ, ਭਗਤ ਤਾਂ ਅੰਤਰਜਾਮੀ ਹੈ। ਵਿਸ਼ਨੂੰ ਜੀ ਕਹਿੰਦੇ, ਐਵੇਂ ਤਾਂ ਨਹੀਂ ਸਾਡਾ ਨਵਾਂ ਨਾਮ ਪ੍ਰਗਟ ਕੀਤਾ। ਇਸ ਪ੍ਰਕਾਰ ਅੜੀ ਨੂੰ ਜੋ ਬੰਦ ਕਰਨ ਵਾਲਾ ਪਰਮੇਸ਼ਰ ਹੈ, ਅੜੀਆਂ ਤੋੜ ਕੇ ਨਿਮਰਤਾ ਦੁਆਰਾ ਲੱਜਾ ਰੱਖਣ ਵਾਲਾ ਜੋ ਪਰਮੇਸ਼ਰ, ਇਉਂ ਜਿਵੇਂ ਭਗਤ ਜਨ ਪ੍ਰੇਮ ਦੇ ਨਾਲ ਉਚਾਰਦੇ ਹਨ, ਉਸੇ ਤਰ੍ਹਾਂ ਸੋਹੰਦੇ ਹਨ। ਇਸੇ ਪ੍ਰਕਾਰ ਇੱਕ ਰਾਮਾਨੰਦ ਜੀ ਦਾ ਸੇਵਕ ਸੀ। ਜਦੋਂ ਰਾਮਾਨੰਦ ਜੀ ਸੋਚਾਚਾਰ ਚੱਲੇ, ਰਾਮਾਨੰਦ ਜੀ ਜਦੋਂ ਚੇਲਿਆਂ ਤੋਂ ਰਹਿਤ ਹੋ ਕੇ ਗੜਵੀ ਤੇ ਤੁੰਬੀ ਲੈ ਕੇ ਚੱਲੇ, ਤਾਂ ਇੱਕ ਚੇਲਾ ਕਹਿਣ ਲੱਗਾ, ਜੀ ਮੈਨੂੰ ਉਪਦੇਸ਼ ਦਿਓ। ਰਾਮਾਨੰਦ ਜੀ ਕਹਿੰਦੇ, ਭੱਜ ਜਾ, ਤੁੰਬਾ ਮਾਰਾਂਗੇ, ਭੱਜ ਜਾ, ਲੋਟਾ ਮਾਰਾਂਗੇ। ਚੇਲਾ ਕਹਿਣ ਲੱਗਾ, ਇਹ ਤਾਂ ਤੁਸੀਂ ਮੈਨੂੰ ਉਪਦੇਸ਼ ਦੇ ਦਿੱਤਾ। ਜਿਉਂ ਲੱਗਾ ਜਾਪ ਕਰਨ, ਪਰਮੇਸ਼ਰ ਦੀ ਸਾਖਿਆਰਤਾ ਹੋ ਗਈ। ਦੂਸਰੇ ਚੇਲੇ ਰੁੱਸ ਗਏ, ਕਹਿੰਦੇ ਇਸ ਨੂੰ ਕਿਹੜਾ ਜਾਪ ਦਿੱਤਾ ਹੈ? ਰਾਮਾਨੰਦ ਜੀ ਕਹਿੰਦੇ,
ਆਪ ਜੀ ਪੁੱਛ ਲਓ ਕਿ ਮੈਂ ਕੀ ਮੰਤਰ ਦਿੱਤਾ ਹੈ। ਸਾਰੇ ਚੇਲੇ ਉਸ ਭਗਤ ਨੂੰ ਪੁੱਛਣ ਲੱਗੇ ਕਿ ਤੈਨੂੰ ਰਾਮਾਨੰਦ ਜੀ ਨੇ ਕੀ ਮੰਤਰ ਦਿੱਤਾ ਹੈ। ਉਹ ਭਗਤ ਕਹਿੰਦਾ, ਭੱਜ ਜਾ ਤੂੰਬਾ ਮਾਰਾਂਗੇ, ਭੱਜ ਜਾ ਲੋਟਾ ਮਾਰਾਂਗੇ। ਸਾਧ ਸੰਗਤ ਜੀ, ਇਸ ਦਾ ਦੂਸਰਾ ਭਾਵ ਇਹ ਹੈ, ਇਹ ਕਹਿਆ ਦੇਹ ਅਭਿਮਾਨ ਵੱਲੋਂ ਭੱਜ ਜਾ, ਜੇ ਦੇਹ ਅਭਿਮਾਨ ਵਿੱਚ ਲੁੱਟਿਆ ਗਿਆ ਤਾਂ ਮਾਰਿਆ ਜਾਵੇਗਾ। ਇਹ ਅਰਥ ਕਹਿੰਦੇ ਮੈਨੂੰ ਦੱਸਿਆ ਹੈ। ਇਸੇ ਪ੍ਰਕਾਰ ਜਿਵੇਂ ਭਗਤ ਪ੍ਰੇਮ ਵਿੱਚ ਬੋਲਦੇ ਹਨ, ਉਹ ਉਸੇ ਤਰ੍ਹਾਂ ਸ਼ੋਭਨਿਕ ਹੁੰਦੇ ਹਨ। ਸੋ ਸਾਧ ਸੰਗਤ ਜੀ, ਇਹ ਪੂਰਾ ਸ਼ਬਦ ਇਸ ਪ੍ਰਕਾਰ ਹੈ। ਸ਼ਲੋਕ ਮਹੱਲਾ ਚੌਥਾ। ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਮਨ ਮੁਖ ਦੁਰਜਨਾ, ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਜਿਨ੍ਹਾਂ ਦੇ ਮਨ ਹਿਰਦੇ ਅੰਦਰ ਹਉਮੈ ਰੂਪੀ ਰੋਗ ਹੈ, ਉਹ ਮਨਮੁਖ ਖੋਟੇ ਪੁਰਸ਼ 5 ਪ੍ਰਕਾਰ ਦੇ ਭਰਮ ਵਿੱਚ ਭੁੱਲੇ ਫਿਰਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਧੂ ਸ੍ਰੇਸ਼ਟ ਸੱਜਣ ਸਤਿਗੁਰਾਂ ਨਾਲ ਮਿਲ ਕੇ ਹੰਗਤਾ ਮਮਤਾ ਦੇ ਰੋਗ ਨੂੰ ਗਵਾਉਣਾ ਕਰਦੇ ਹਨ। ਮਹੱਲਾ ਚੌਥਾ। ਮਨ ਤਨ ਰਤਾ ਰੰਗ ਸਿਉ, ਗੁਰਮੁਖ ਹਰ ਗੁਣ ਤਾਸ, ਜਨ ਨਾਨਕ ਹਰ ਸਰਣਾਗਤੀ, ਹਰ ਮੇਲੇ ਗੁਰ ਸਾਬਾਸ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦਾ ਮਨ ਤਨ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ, ਭਾਵ ਤਦਾਕਾਰ ਹੋਇਆ ਹੈ, ਉਹ ਗੁਰਮੁਖ ਵਾਹਿਗੁਰੂ ਦੇ ਗੁਣਾਂ ਦੇ ਖਜ਼ਾਨੇ ਬਣੇ ਹਨ। ਉਹ ਹੀ ਹਰੀ ਦੇ ਗੁਣਾਂ ਦੇ ਪਾਤਰ ਅਧਿਕਾਰੀ ਬਣੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਗੁਰਮੁਖ ਜਨ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਓਟ ਵਿੱਚ ਆਏ ਹਨ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਦੇ ਨਾਲ ਮੇਲ ਦਿੱਤਾ ਹੈ, ਉਹ ਧੰਨਤਾ ਯੋਗ ਹਨ। ਪੌੜੀ। ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਵੜੀ ਹੈ। ਹੇ ਸੱਚੇ ਪਾਤਸ਼ਾਹ, ਤੂੰ ਹੀ ਸਾਰੇ ਜਗਤ ਦਾ ਕਰਤਾ ਭਾਵ ਰਚਨ ਵਾਲਾ ਹੈ, ਸਾਰਿਆਂ ਥਾਵਾਂ ਵਿੱਚ ਪੂਰਨ ਹੈ, ਗੰਮਤਾ ਤੋਂ ਰਹਿਤ ਹੈ। ਤੇਰੀ ਵਡਿਆਈ ਕਿਸ ਤਰ੍ਹਾਂ ਕਰੀਏ, ਤੂੰ ਸਭ ਤੋਂ ਵੱਡਾ ਹੈ। ਤੁਧ ਜੇਵੜ ਹੋਏ ਸੋ ਆਖੀਐ, ਤੁਧ ਜੇਹਾ ਤੂੰ ਹੈ ਪੜ੍ਹੀਐ। ਤੁਹਾਡੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ, ਤੁਹਾਡੇ ਵਰਗੇ ਤੁਸੀਂ ਹੀ ਹੋ। ਸ਼ਾਸਤਰਾਂ ਵੇਦਾਂ ਵਿੱਚ ਤੁਹਾਡਾ ਹੀ ਕਥਨ ਕੀਤਾ ਜਾਂਦਾ ਹੈ। ਤੂੰ ਘੱਟ ਘੱਟ ਇੱਕ ਵਰਤਦਾ, ਗੁਰਮੁਖ ਪਰ ਗੜੀਐ। ਤੂੰ ਸੱਚਾ ਸਭ ਸਦਾ ਖਸਮ ਹੈ, ਸਬਦੂ ਤੂੰ ਚੜੀਐ। ਤੂੰ ਕਰੇ ਸੋ ਸੱਚੇ ਹੋਏ ਸੀ, ਤਾਂ ਕਾਇਤ ਕੜੀਐ। ਹੇ ਪਰਮੇਸ਼ਰ, ਸਾਰਿਆਂ ਘਟਾਂ ਘਟਾਂ ਵਿੱਚ ਇੱਕ ਤੂੰ ਹੀ ਵਰਤਦਾ ਹੈ, ਅਤੇ ਗੁਰਮੁਖਾਂ ਦੇ ਹਿਰਦੇ ਅੰਦਰ ਵੀ ਤੂੰ ਆਪ ਹੀ ਪ੍ਰਗਟ ਹੁੰਦਾ ਹੈ। ਹੇ ਪਰਮੇਸ਼ਰ, ਤੂੰ ਸੱਚਾ ਖਸਮ ਸਾਰਿਆਂ ਦਾ ਮਾਲਕ ਹੈ। ਤੂੰ ਸਾਰੇ ਪੀਰਾਂ ਪੈਗੰਬਰਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਅਵਤਾਰਾਂ ਤੋਂ ਸਭ ਤੋਂ ਉੱਪਰ ਹੈ, ਭਾਵ ਸਾਰਿਆਂ ਤੋਂ ਸ੍ਰੇਸ਼ਟ ਹੈ। ਹੇ ਸੱਚੇ ਪਾਤਸ਼ਾਹ, ਜੋ ਕੁਝ ਤੂੰ ਆਪ ਕਰਦਾ ਹੈ, ਪਿੱਛੇ ਹੁੰਦਾ ਸੀ, ਹੁਣ ਹੋ ਰਿਹਾ ਹੈ, ਉਹ ਹੀ ਸੱਚੇ ਪਾਤਸ਼ਾਹ ਅੱਗੇ ਨੂੰ ਹੋਵੇਗਾ। ਇਸ ਲਈ ਕਿਸ ਵਾਸਤੇ ਝੂਰਨਾ ਹੈ। ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪਿਰਮ ਕਾ, ਅਠੇ ਪਹਿਰ ਲਗਨ, ਜਨ ਨਾਨਕ ਕਿਰਪਾ ਧਾਰ ਪ੍ਰਭ, ਸਤਿਗੁਰ ਸੁਖ ਵਸਨ। ਮੇਰੇ ਮਨ ਤਨ ਸਰੀਰ ਵਿੱਚ ਵੀ ਪਰਮ ਪਰਮੇਸ਼ਰ ਦਾ ਪ੍ਰੇਮ ਅਠੇ ਪਹਿਰ ਲੱਗ ਰਿਹਾ ਹੈ, ਅਥਵਾ ਤੇਰੇ ਦਰਸ਼ਨਾਂ ਦੀ ਲਗਨ ਲੱਗੀ ਰਹਿੰਦੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ ਜੀ, ਵਾਹਿਗੁਰੂ ਜੀ, ਕਿਰਪਾ ਦ੍ਰਿਸ਼ਟੀ ਧਾਰਨ ਕਰੋ, ਸਤਿਗੁਰਾਂ ਨਾਲ ਮਿਲ ਕੇ ਤੇਰੇ ਸੁਖ ਸਰੂਪ ਵਿੱਚ ਵਸਣਾ ਕਰੀਏ। ਮਹੱਲਾ ਚੌਥਾ। ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉਂ ਬੋਲਣ ਤਿਵੇਂ ਸੁਹਨ। ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤ ਲੱਗੀ ਹੋਈ ਹੈ, ਜਿਵੇਂ ਉਹ ਸੁਤੇ ਸਿੱਧ ਬੋਲਦੇ ਹਨ, ਉਵੇਂ ਹੀ ਸ਼ੋਭਨਿਕ ਹੁੰਦੇ ਹਨ, ਭਾਵ ਸਜਦੇ ਹਨ। ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪਿਰਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ, ਕਿਉਂਕਿ ਜਿਸ ਪਿਆਰੇ ਹਰੀ ਨੇ ਉਹਨਾਂ ਦੇ ਅੰਦਰ ਆਪਣੀ ਪ੍ਰੀਤ ਲਾਉਣੀ ਕੀਤੀ ਹੈ, ਉਹ ਪਰਮੇਸ਼ਰ ਆਪ ਹੀ ਉਹਨਾਂ ਦੇ ਪ੍ਰੇਮ ਨੂੰ ਜਾਣਦਾ ਹੈ। ਪੌੜੀ। ਤੂੰ ਕਰਤਾ ਆਪ ਭੁੱਲ ਹੈ, ਭੁੱਲਣ ਵਿੱਚ ਨਾਹੀ। ਤੂੰ ਕਰੇ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਹੀ। ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀ। ਤੂੰ ਸਾਹਿਬ ਅਗਮ ਦਇਆਲ ਹੈ, ਸਭ ਤੁਧ ਧਿਆਹੀ। ਹੇ ਕਰਤਾ ਪੁਰਖ, ਤੂੰ ਭੁੱਲਣ ਤੋਂ ਰਹਿਤ ਹੈ,
ਭੁੱਲਣ ਵਿੱਚ ਨਹੀਂ ਆਉਣ ਵਾਲਾ। ਹੇ ਸੱਚੇ ਪਰਮੇਸ਼ਰ ਜੀ, ਜੋ ਤੂੰ ਕਰਦਾ ਹੈ ਉਹ ਚੰਗਾ ਹੀ ਹੁੰਦਾ ਹੈ। ਇਹ ਗੁਰਾਂ ਨੇ ਸਾਨੂੰ ਉਪਦੇਸ਼ ਦੁਆਰਾ ਗੱਲ ਸਮਝਾਉਣਾ ਕੀਤੀ ਹੈ। ਹੇ ਪਰਮੇਸ਼ਰ, ਤੂੰ ਸਾਰਿਆਂ ਕਾਰਜਾਂ ਦੇ ਕਰਨ ਨੂੰ ਸਮਰੱਥ ਹੈ। ਤੇਰੇ ਜੈਸਾ ਦੂਸਰਾ ਕੋਈ ਨਹੀਂ ਹੈ। ਤੂੰ ਹੀ ਸਰਬ ਕਲਾ ਸਮਰੱਥ ਹੈ। ਤੂੰ ਸਾਰਿਆਂ ਦਾ ਮਾਲਕ ਹੈ। ਮਨ ਦੀ ਗਮਤਾ ਤੋਂ ਪਰੇ ਦਇਆ ਦਾ ਘਰ ਹੈ। ਸਾਰੀ ਸ੍ਰਿਸ਼ਟੀ ਇੱਕ ਚਿੱਤ ਹੋ ਕੇ ਤੈਨੂੰ ਧਿਆਉਂਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।